ਦੋਸਤੋ ਅਸੀਂ ਇਸ ਵੇਲੇ ਖੜੇ ਹਾਂ ਲక్ష్ਮੀ ਨਾਰਾਇਣ ਮੰਦਿਰ ਸਰੀ ਦੇ ਵਿਚਕਾਰ। ਇੱਥੇ 24 25 26 ਜੂਨ ਨੂੰ ਇਲੈਕਸ਼ਨ ਹੋ ਰਹੀ ਆ। ਦੋ ਧੜੇ ਨੇ ਜਿਹੜੇ ਕਿ ਕਿਸੇ ਵੇਲੇ ਇਕੱਠੇ ਸੀ, ਉਹਨਾਂ ਦੇ ਵਿਚਕਾਰ ਕੁਝ ਵਿਚਾਰਧਾਰਕ ਮਤਭੇਦ, ਕੰਮ ਕਰਨ ਦੇ ਤਰੀਕੇ ਨੂੰ ਲੈ ਕੇ ਫਰਕ, ਇਸ ਕਰਕੇ ਇਸ ਵਾਰ ਸਰੀ ਮੰਦਿਰ ਦੇ ਵਿੱਚ ਇਲੈਕਸ਼ਨ ਹੋ ਰਹੀ ਆ। ਥੋੜ੍ਹੇ ਦਿਨ ਪਹਿਲਾਂ ਅਸੀਂ ਗੱਲਬਾਤ ਕੀਤੀ ਸੀ ਸਤੀਸ਼ ਕੁਮਾਰ ਟੈਂਪਲ ਟੀਮ ਦੇ ਨਾਲ, ਵਿਨੇ ਸ਼ਰਮਾ ਜੀ ਦੇ ਨਾਲ ਤੇ ਸਤੀਸ਼ ਕੁਮਾਰ ਜੀ ਦੇ ਨਾਲ। ਉਹਨਾਂ ਨੇ ਆਪਣਾ ਕਾਰਨ ਦੱਸਿਆ ਸੀ, ਪੱਖ ਦੱਸਿਆ ਸੀ ਕਿ ਉਹਨਾਂ ਦੇ ਕੀ ਕੰਸਰਨ ਨੇ। ਅੱਜ ਅਸੀਂ ਗੱਲਬਾਤ ਕਰਨੀ ਆ ਟੀਮ ਰਾਜੇਸ਼ ਜਿੰਦਲ ਜੀ ਨਾਲ, ਜਿਨ੍ਹਾਂ ਦੇ ਵਿੱਚ ਰਾਜੇਸ਼ ਜਿੰਦਲ ਜੀ, ਸਾਡੇ ਕੋਲ ਮਹੇਸ਼ ਗੁਪਤਾ ਜੀ ਤੇ ਕਰਨ ਗੋਇਲ ਜੀ ਸਾਡੇ ਨਾਲ ਨੇ। ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਕੇ ਉਹਨਾਂ ਦਾ ਪੱਖ ਕੀ ਆ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਜਿੰਦਲ ਸਾਹਿਬ, ਤੁਸੀਂ ਦੱਸਿਓ ਪਹਿਲਾਂ, ਤੁਸੀਂ ਪ੍ਰਧਾਨਗੀ ਦੇ ਲਈ ਇਲੈਕਸ਼ਨ ਲੜ ਰਹੇ ਹੋ, ਕੀ ਮਾਮਲਾ? ਇਕੱਠੇ ਸੀਗੇ ਤੁਸੀਂ ਸਾਰੇ, ਕੀ ਵਜ੍ਹਾ ਹੋਗੀ ਕਿ ਇਸ ਵਾਰ ਇਲੈਕਸ਼ਨ ਕਰਵਾਉਣੀ ਪੈ ਰਹੀ ਜੀ? ਸਭ ਤੋਂ ਪਹਿਲਾਂ ਤਾਂ ਜੀ ਅੱਜ ਸੋਮਵਾਰ ਹੈ, ਸਾਰਿਆਂ ਨੂੰ ਨਾ ਜੀ ਹਰ ਹਰ ਮਹਾਦੇਵ। ਤੇ ਜਿੰਨੇ ਵੀ ਮੈਨੂੰ ਸੁਣਨ ਵਾਲੇ ਦੇਖਣ ਵਾਲੇ ਬੰਦੇ ਆ ਜੀ, ਉਹਨਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਔਰ ਮੇਰੀ ਟੀਮ ਵੱਲੋਂ ਨਮਸਕਾਰ। ਅਸੀਂ ਨਾ ਜੀ ਅੱਜ ਜਿਹੜੀ ਗੱਲ ਕਰ ਰਹੇ ਹਾਂ ਆਉਣ ਵਾਲੇ ਇਲੈਕਸ਼ਨ ਦੀ, ਜਿਹੜੀ ਜੂਨ 24, 25, 26 ਨੂੰ ਹੋਣੇ ਜਾ ਰਹੀ ਹੈ ਜੀ ਮੰਦਿਰ ਦੇ ਵਿੱਚ। ਸਾਡੀ ਟੀਮ ਅਲੱਗ ਹੋਣ ਦਾ ਕਾਰਨ ਸਿਰਫ ਇੱਕ ਹੀ ਹੈ ਜੀ, ਸਾਡੇ ਵਿਚਾਰਾਂ ਦਾ ਫਰਕ ਜੀ। ਸਾਡੇ ਵਿਚਾਰ ਜੀ ਜਿਹੜੀ ਪ੍ਰੀਵੀਅਸ ਟੀਮ ਨਾਲ ਆ, ਪਿਛਲੇ 4 ਤੋਂ ਲੈ ਕੇ 5 ਸਾਲ ਦੇ ਨਾ ਜੀ ਡਿਫਰੈਂਸ ਚੱਲੇ ਆ ਰਹੇ ਸੀ। ਅਸੀਂ ਐਡਜਸਟ ਕਰ ਰਹੇ ਸੀ ਵੀ ਕਿਸੇ ਵੀ ਤਰ੍ਹਾਂ ਇਹ ਟੀਮ ਇਸੇ ਤਰ੍ਹਾਂ ਹੀ ਚੱਲਦੀ ਰਹੇ, ਪਰ ਸਾਡੇ ਵਿਚਾਰਾਂ ਦਾ ਪਿਛਲੇ ਤਕਰੀਬਨ 1.5 ਸਾਲ ਤੋਂ ਬਹੁਤ ਜ਼ਿਆਦਾ ਡਿਫਰੈਂਸ ਹੋ ਗਿਆ। ਜਿਸ ਤਰ੍ਹਾਂ ਕਿ ਟੇਬਲ 'ਤੇ ਪ੍ਰਪੋਜ਼ਲ ਰੱਖੀ ਜਾਂਦੀ ਸੀ, ਪਰ ਪ੍ਰਪੋਜ਼ਲ ਨੂੰ ਮੰਨਿਆ ਨਹੀਂ ਸੀ ਜਾਂਦਾ, ਓਵਰ ਰੂਲ ਕੀਤਾ ਜਾਂਦਾ ਸੀ। ਅਸੀਂ ਮਹਿਸੂਸ ਕੀਤਾ ਵੀ ਅਸੀਂ ਇਸ ਟੀਮ ਨਾਲ ਹੋਰ ਕੰਮ ਨਹੀਂ ਕਰ ਸਕਦੇ, ਤੇ ਅਸੀਂ ਫਿਰ ਆਪਣੀ ਟੀਮ ਜਿਹੜੀ ਹੈ ਜੀ, ਨਾਲੇ ਅਸੀਂ ਆਪਣੀ ਟੀਮ ਦੇ ਵਿੱਚ ਜਿਹੜੇ ਮੇਰੇ ਸਹਿਯੋਗੀ ਹੈ, ਮੇਰੇ ਟੀਮ ਵਲੰਟੀਅਰਸ ਆ ਜੀ, ਮੈਂ ਕੋਸ਼ਿਸ਼ ਕੀਤੀ ਵੀ ਸਭ ਤੋਂ ਵੱਧ ਜਿੰਨਾ ਯੰਗ ਏਜ ਕਰਾਊਡ ਹੈ ਉਹ ਮੰਦਿਰ ਦੇ ਵਿੱਚ ਆਵੇ ਤੇ ਪ੍ਰੈਜ਼ੈਂਟ ਕਰੇ ਤੇ ਆਪਣੇ ਵਿਚਾਰ ਰੱਖੇ ਤੇ ਮੰਦਿਰ ਦੀ ਤਰੱਕੀ ਲਈ ਕੰਮ ਕਰੇ। ਇਹ ਸਾਡਾ ਮੇਨ ਰੀਜ਼ਨ ਸੀਗਾ ਜੀ। ਜਿੰਦਲ ਸਾਹਿਬ, ਸਰਬਸੰਮਤੀ ਨਹੀਂ ਸੀ ਹੋ ਸਕਦੀ? ਬੈਠ ਕੇ ਗੱਲਬਾਤ ਨਹੀਂ ਸੀ ਹੱਲ ਹੋ ਸਕਦੀ? ਉਹ ਕਹਿੰਦੇ ਅਸੀਂ ਸਦਾ ਹੀ ਓਪਨ ਰੱਖੀ ਹੈ ਇਹ ਗੱਲਬਾਤ, ਵੀ ਕਿਸੇ ਵੇਲੇ ਵੀ ਗੱਲਬਾਤ ਹੋ ਸਕਦੀ ਹੈ। ਦੇਖੋ ਗੱਲ ਇਹ ਹੈ ਜੀ, ਹੁਣ ਜਦੋਂ ਇਲੈਕਸ਼ਨ ਨਾ ਜੀ ਐਂਡ ਤੇ ਆ ਗਿਆ ਜੀ, ਸਰਬਸੰਮਤੀ ਦੀ ਗੱਲ ਕਰਨਾ ਜੀ ਸਿਰਫ ਜਨਤਾ ਨੂੰ ਭਰਮਾਉਣਾ ਜੀ, ਵੀ ਜਨਤਾ ਨੂੰ ਤੁਸੀਂ ਇਹ ਗੱਲ ਕਹੋ ਜੀ ਅਸੀਂ ਨਾ ਜੀ ਸਰਬਸੰਮਤੀ ਨਾਲ ਜਾਂ ਬੈਠ ਕੇ ਗੱਲ ਕਰਨੀ ਚਾਹੁੰਦੇ ਆ। ਜਦੋਂ ਕਿ $3 ਲੱਖ ਲੱਗ ਚੁੱਕਾ ਦੋਨੇ ਟੀਮਾਂ ਦਾ। ਮੇਰਾ ਨਹੀਂ ਖਿਆਲ ਆ ਵੀ 8000 ਮੈਂਬਰਸ਼ਿਪ ਹੋਣ ਤੋਂ ਬਾਅਦ ਕਿਸੇ ਤਰ੍ਹਾਂ ਦੀ ਸਰਬਸੰਮਤੀ ਦੀ ਗੱਲ ਹੋਣਾ, ਮੈਂ ਸਮਝਦਾ ਇਹ ਲੋਕਾਂ ਨੂੰ ਭਰਮਾਉਣਾ, ਹੋਰ ਅਦਰਵਾਈਜ਼ ਕੋਈ ਗੱਲ ਨਹੀਂ ਹੈ। ਵਿਚਾਰਾਂ ਦਾ ਫਰਕ ਸੀ, ਰਹੂਗਾ ਤੇ ਹੈਗਾ। ਇਸ ਕਰਕੇ ਜਿਹੜੀਆਂ ਟੀਮਾਂ ਆਈਆਂ ਇਹਨਾਂ ਨੂੰ ਰਨ ਹੋਣ ਦੇਣਾ ਚਾਹੀਦਾ। ਮੇਰੇ ਵੱਲੋਂ ਮੈਂ ਇਹ ਗੱਲ ਕਹਿਣੀ ਚਾਹੂੰਗਾ ਵੀ ਜਦੋਂ ਵਿਚਾਰਾਂ ਦਾ ਹੀ ਫਰਕ ਹੈ, ਫਿਰ ਤੁਸੀਂ ਬੈਠ ਕੇ ਗੱਲ ਕਰ ਹੀ ਨਹੀਂ ਸਕਦੇ ਤੇ ਨਾ ਹੀ ਹੋ ਸਕਦੀ ਹੈ। ਮੈਂ ਕਿਸੇ ਨੂੰ ਇਸ ਗੱਲ ਲਈ ਭਰਮਾਉਣਾ ਨਹੀਂ ਚਾਹੁੰਦਾ। ਥੈਂਕ ਯੂ ਜੀ। ਕਰਨ ਜੀ, ਤੁਸੀਂ ਦੱਸਿਓ ਕਿ ਤੁਸੀਂ ਸੈਕਟਰੀ ਇੱਥੇ ਹੈਗੇ ਹੋ ਹੁਣ, ਤੇ ਤੁਹਾਡਾ ਕੀ ਕਹਿਣਾ ਇਹਦੇ ਬਾਰੇ? ਤੁਹਾਡੇ ਉੱਤੇ ਕਾਫੀ ਜਿਹੜੇ ਆ ਇਹ ਗੱਲਬਾਤ ਉਹਨਾਂ ਨੇ ਚੱਕੀ ਆ ਜੀ। ਪਹਿਲਾਂ ਤਾਂ ਸਾਰਿਆਂ ਨੂੰ ਮੈਂ ਨਮਸਕਾਰ ਕਹਿਣਾ ਹੈ, ਤੁਹਾਡਾ ਵੀ ਧੰਨਵਾਦ ਕਰਦਾ ਕਿ ਜਿਹੜੀ ਤੁਸੀਂ ਲਾਸਟ ਇੰਟਰਵਿਊ ਕੀਤੀ ਸੀਗੀ, ਮੈਂ ਵੀ ਉਹ ਇੰਟਰਵਿਊ ਦੇਖੀ ਤੇ ਬੜਾ ਹੀ ਦੇਖ ਕੇ ਮੈਨੂੰ ਹੈਰਾਨੀ ਹੋਈ ਕਿ ਜਿਹੜੇ ਐਲੀਗੇਸ਼ਨਸ ਮੇਰੇ ਉੱਤੇ ਉਹਨਾਂ ਨੇ ਦੁਆਰਾ ਦੱਸੇ ਗਏ ਪ੍ਰਧਾਨ ਜੀ ਦੁਆਰਾ। ਸਭ ਤੋਂ ਪਹਿਲਾਂ ਤਾਂ ਉਹ ਐਲੀਗੇਸ਼ਨਸ ਜਿਹੜੇ ਸੀਗੇ, ਪਹਿਲਾਂ ਸੀਗਾ ਅਕਾਦਸ਼ੀ ਵਾਲੇ ਦਿਨ ਚਾਵਲ ਕਿਉਂ ਬਣਦੇ ਆ, ਚਾਵਲ ਨਹੀਂ ਬਣਨੇ ਚਾਹੀਦੇ। ਸੋ ਚਾਵਲ ਨਹੀਂ ਬਣਨੇ ਚਾਹੀਦੇ। ਜਿਹੜਾ ਹਿੰਦੂ ਧਰਮ ਹੈ, ਸਨਾਤਨ ਧਰਮ ਹੈ, ਉਹਦੀਆਂ ਮਰਿਆਦਾ ਹੈਗੀਆਂ। ਉਹ ਮਰਿਆਦਾ ਦੇ ਨਾਲ ਹੀ ਆਪਾਂ ਇੱਕ ਡਿਸਿਪਲਿਨ ਦੇ ਵਿੱਚ ਆਉਂਦੇ ਹਾਂ, ਇੱਕ ਧਰਮ ਨੂੰ ਅਪਣਾਉਂਦੇ ਹਾਂ, ਧਰਮ ਦੀ ਰੱਖਿਆ ਕਰਦੇ ਹਾਂ। ਜਦੋਂ ਆਪਾਂ ਕੋਈ ਚੀਜ਼, ਜਿਹੜੇ ਨਿਯਮ ਜਿਹੜੇ ਵੇਦ ਹੈਗੇ ਆ, ਜਿਹੜੇ ਭਗਵਾਨ ਦੁਆਰਾ ਰਚਿਤ ਹੈਗੇ ਆ, ਜੇ ਉਹਨਾਂ ਦੇ ਚੀਜ਼ਾਂ ਨੂੰ ਆਪਾਂ ਨਹੀਂ ਫੋਲੋ ਕਰਦੇ, ਸੋ ਫਿਰ ਧਰਮ ਨੂੰ ਫੋਲੋ ਕਰਨ ਦਾ ਫਾਇਦਾ ਨਹੀਂਗਾ। ਸੋ ਇਸ ਕਰਕੇ ਮੇਨ ਤਾਂ ਜਿਹੜੇ ਮੇਰੇ ਸੁਝਾਅ ਸੀਗੇ, ਮੈਨੂੰ ਡਿਵੋਟੀਜ਼, ਜਦੋਂ ਮੈਂ ਸੈਕਟਰੀ ਬਣਿਆ, ਸਭ ਤੋਂ ਪਹਿਲਾਂ ਤਾਂ ਮੈਂ ਦੱਸਦਾ ਜੀ 2005 ਤੋਂ ਮੈਂ ਮੰਦਿਰ ਦੇ ਵਿੱਚ ਆਉਣਾ ਸ਼ੁਰੂ ਕੀਤਾ। 2010 ਦੇ ਵਿੱਚ ਐਜ਼ ਅ ਵਲੰਟੀਅਰ ਮੈਨੂੰ ਜਿੰਦਲ ਸਾਹਿਬ ਨੇ ਮੰਦਿਰ ਦੇ ਵਿੱਚ ਦਾਖਲ ਕਰਾਇਆ ਕਿ ਮੈਂ ਵਲੰਟੀਅਰ ਸੇਵਾ ਦੇ ਵਿੱਚ ਮੈਨੂੰ ਪੁਸ਼ ਕੀਤਾ, ਔਰ ਉਸ ਤੋਂ ਬਾਅਦ 2016 ਦੇ ਵਿੱਚ ਮੈਨੂੰ ਫਸਟ ਟਾਈਮ ਬੋਰਡ 'ਚ ਆਉਣ ਦਾ ਮੌਕਾ ਮਿਲਿਆ। ਅਤੇ ਉਸ 2018 ਦੇ ਵਿੱਚ ਮੈਨੂੰ ਕਿਹਾ ਗਿਆ ਕਿ ਵਿਨੇ ਸ਼ਰਮਾ ਜੀ ਪ੍ਰੈਜ਼ੈਂਟ ਨਹੀਂ ਰਹਿੰਦੇ ਜ਼ਿਆਦਾ, ਕਿ ਤੁਸੀਂ ਅੱਗੇ ਹੋ ਕੇ ਸੇਵਾ ਕਰੋ। ਸੇਵਾ ਭਾਵ ਵੱਲੋਂ ਜੀ ਮੇਰਾ ਬੜਾ ਲਗਾਵ ਹੈਗਾ ਮੰਦਿਰ ਦੇ ਵਿੱਚ, ਅਤੇ ਮੈਂ ਬੜੀ ਮਨ ਦੇ ਨਾਲ ਤਾਂ ਸੇਵਾ ਕੀਤੀ। ਕੋਈ ਵੀ ਫੰਕਸ਼ਨ ਹੁੰਦਾ, ਜਨਮ ਅਸ਼ਟਮੀ ਦਾ, ਸ਼ਿਵਰਾਤਰੀ ਦਾ, ਕੋਈ ਵੀ ਹੋਲੀ ਦਾ ਫੰਕਸ਼ਨ, ਸਾਰੇ ਫੰਕਸ਼ਨ ਬੜੇ ਖੂਬ ਧੂਮਧਾਮ ਨਾਲ, ਵਧੀਆ ਤਰੀਕੇ ਨਾਲ, ਮਰਿਆਦਾ ਦੇ ਪੂਰਨ ਕੀਤੇ। ਉਸ ਤੋਂ ਬਾਅਦ ਮੈਨੂੰ ਪ੍ਰਪੋਜ਼ਲ ਰੱਖਿਆ ਗਿਆ ਕਿ ਤੂੰ ਸੈਕਟਰੀ ਆ ਰਿਹਾ 2019 ਦੇ ਵਿੱਚ, ਜਿਹੜਾ ਕਿ ਮੇਰੀ ਨਾਲ ਦੇ ਜਿੰਨੇ ਮੇਰੇ ਜਿੰਦਲ ਸਾਹਿਬ ਨੇ ਮੈਨੂੰ ਕਿਹਾ ਕਿ ਜ਼ਰੂਰ ਆਓ ਤਾਂ ਕਿ ਸੇਵਾ ਭਾਵਨਾ ਹੋਰ ਆਪਾਂ ਲੋਕਾਂ ਨੂੰ ਨਾਲ ਜੋੜ ਸਕੀਏ। ਮੈਂ ਬੜੀ ਸੇਵਾ ਭਾਵਨਾ ਦੇ ਨਾਲ ਅੱਗੇ ਵਧਿਆ ਅਤੇ ਜਿਹੜੇ ਪ੍ਰੋਗਰਾਮ ਸੀ, ਜਿਹੜੇ ਅੱਗੇ ਵਾਲੇ ਪ੍ਰੋਗਰਾਮ ਹੋਣ ਵਾਲੇ ਸੀ, ਉਹ ਸਾਰੇ ਕਰਨੇ ਸ਼ੁਰੂ ਕੀਤੇ। ਫਿਰ ਜਦੋਂ ਮੈਂ ਸਟੇਜ 'ਤੇ ਆਉਣਾ ਸ਼ੁਰੂ ਕੀਤਾ
ਮੈਨੂੰ ਕੋਈ ਐਕਸਪੀਰੀਅੰਸ ਨਹੀਂ ਹੈਗਾ ਸੀ ਸਟੇਜ ਦਾ ਪਹਿਲਾਂ, ਪਰ ਇੱਥੇ ਆ ਕੇ ਸਾਰੇ ਭਰਾਵਾਂ ਦੇ ਨਾਲ ਸਾਰੀ ਸਪੋਰਟ ਦੇ ਨਾਲ ਮੈਂ ਸਟੇਜ ਤੇ ਆਉਣਾ ਸ਼ੁਰੂ ਕੀਤਾ। ਜਦੋਂ ਮੈਨੂੰ ਡਿਵੋਟੀਜ਼ ਆ ਕੇ ਕਹਿੰਦੇ ਸੀਗੇ ਕਿ ਆਹ ਸਾਡੀਆਂ ਪ੍ਰੋਬਲਮਸ ਹੈਗੀਆਂ, ਆਹ ਚੀਜ਼ਾਂ ਹੋਣੀਆਂ ਚਾਹੀਦੀਆਂ ਮੰਦਰ 'ਚ, ਆਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ, ਉਹਦੇ ਮੱਦੇਨਜ਼ਰ ਮੈਂ ਪ੍ਰੀਸਟ ਕਮੇਟੀ ਵੀ ਬਣਾਈ, ਪ੍ਰੀਸਟ ਨਾਲ ਵੀ ਗੱਲ ਕੀਤੀ ਤੇ ਆਪਣੀ ਟੀਮ ਨਾਲ ਵੀ ਗੱਲ ਕੀਤੀ। ਸੋ ਉਹਦੇ ਵਿੱਚ ਜਿਵੇਂ ਕਿ ਇਕਾਦਸ਼ੀ ਦੀ ਹੋ ਗਿਆ ਵੀ ਚਾਵਲ ਨਹੀਂ ਬਣਨੇ ਚਾਹੀਦੇ, ਤੇ ਉਸ ਤੋਂ ਬਾਅਦ ਆ ਗਿਆ ਵਸਤਰ ਚੇਂਜ। ਦੇਖੋ ਜੀ, ਇਹ ਜਿਹੜੇ ਐਲੀਗੇਸ਼ਨ ਹੈ ਕਿ ਮੈਂ ਰੋਕ ਦਿੱਤਾ ਵਸਤਰ ਚੇਂਜ ਕਰਨ ਵਾਸਤੇ, ਪਹਿਲਾਂ ਤਾਂ ਦੱਸਾਂ ਜੀ, ਜਿਹੜੇ ਮੰਦਿਰ ਦੇ ਵਿੱਚ ਰੈਨੋਵੇਸ਼ਨ ਹੋਈ ਹੈ ਉਹ ਕੋਵਿਡ ਤੋਂ ਪਹਿਲਾਂ ਹੋਈ ਹੈ, ਕੋਵਿਡ ਦੇ ਦੌਰਾਨ ਨਹੀਂ ਹੋਈ। 25 ਅਪ੍ਰੈਲ 2020 ਕੋਵਿਡ ਜਦੋਂ ਸ਼ੁਰੂ ਹੋਇਆ ਸੀ, ਉਸ ਟਾਈਮ ਤੇ ਮੰਦਿਰ ਦੀ ਮੂਰਤੀ ਸਥਾਪਨਾ ਹੋ ਕੇ ਓਪਨਿੰਗ ਹੋ ਗਈ ਸੀਗੀ। ਉਸ ਟਾਈਮ ਤੇ ਮੰਦਿਰ ਦੇ ਵਿੱਚ ਜੋ ਤੁਸੀਂ ਹੁਣ ਵੀ ਦੇਖੋਗੇ ਕੋਈ ਕਰਟਨ ਨਹੀਂ ਹੈਗਾ ਸੀ, ਮੂਰਤੀ ਸਥਾਪਨਾ ਹੋ ਚੁੱਕੀ ਸੀਗੀ। ਤੇ ਜਦੋਂ ਵਸਤਰ ਚੇਂਜ ਕੀਤੇ ਜਾਂਦੇ ਸੀਗੇ ਉਦੋਂ ਪਬਲਿਕ ਦਾ ਆਣਾ ਰੁਕਿਆ ਨਹੀਂ ਜਾਂਦਾ ਸੀਗਾ। ਤੇ ਜਦੋਂ ਮੇਰੀਆਂ ਮਾਤਾਵਾਂ, ਮੇਰੀਆਂ ਭੈਣਾਵਾਂ ਉੱਥੇ ਵਸਤਰ ਚੇਂਜ ਕਰਦੀਆਂ ਸੀਗੀਆਂ ਭਗਵਾਨ ਦੇ, ਉਸ ਟਾਈਮ ਤੇ ਪਬਲਿਕ ਨੂੰ ਵੇਟ ਕਰਨੀ ਪੈਂਦੀ ਸੀ, ਕਿਉਂਕਿ ਉਹ ਅੱਗੇ ਚੁੰਨੀ ਜਾਂ ਪਰਦਾ ਕਰ ਦਿੰਦੇ ਸੀਗੇ ਬਈ ਦਰਸ਼ਨ ਕਰਨ ਦੇ ਲਈ। ਮੈਂ ਤਾਂ ਪੰਡਿਤ ਜੀ ਨੂੰ ਆਪਣੇ ਸੁਝਾਅ ਦਿੱਤਾ ਕਿ ਜਿਹੜੇ ਵਸਤਰ ਹੈਗੇ ਆ ਕਿ ਉਹ ਮੋਰਨਿੰਗ ਸਮੇਂ ਚੇਂਜ ਹੋ ਜਾਣ ਤਾਂ ਬਹੁਤ ਵਧੀਆ ਗੱਲ ਹੈ, ਤਾਂ ਕਿ ਪਬਲਿਕ ਨੂੰ ਇਸਦੀ ਕਠਿਨਾਈ ਨਾ ਆਵੇ। ਜੇ ਉਹ ਕਹਿੰਦੇ ਜੀ ਲੜਕੀਆਂ ਜਿਹੜੀਆਂ ਹੈਗੀਆਂ, ਜਿਹੜੀਆਂ ਮਾਤਾਵਾਂ ਹੈਗੀਆਂ, ਉਹਨਾਂ ਦਾ ਸਕੈਜੂਅਲ ਨਹੀਂ ਅਵੇਲੇਬਲ, ਉਹ ਕੋਈ ਵਲੰਟੀਅਰ ਕਰਦੀਆਂ ਹੈਗੀਆਂ। ਤਾਂ ਮੈਂ ਕਿਹਾ ਜੀ ਫਿਰ ਪੰਡਿਤ ਚੇਂਜ ਕਰ ਲੈਣ ਜੀ, ਕਿਉਂਕਿ ਪਰ ਉਹ ਦਿੱਕਤ ਜਿਹੜੀ ਪਬਲਿਕ ਨੂੰ ਆਉਂਦੀ ਉਹ ਨਾ ਆਵੇ। ਸੋ ਉਸ ਦਾ ਇਸ਼ੂ ਇਹ ਬਣਾਇਆ ਗਿਆ, ਉਹਨੂੰ ਪ੍ਰੈਜ਼ੈਂਟ ਇਸ ਤਰ੍ਹਾਂ ਕੀਤਾ ਗਿਆ ਕਿ ਜੀ ਮੈਂ ਰੋਕਤਾ। ਸੋ ਉਸ ਦੇ ਮਗਰ ਕਾਰਨ ਹੁੰਦੇ ਆ, ਸਟੇਜ ਦੇ ਉੱਤੇ ਬੈਠਣਾ ਰੋਕਤਾ। ਉਹ ਦੇਖੋ ਜੀ, ਸਟੇਜ ਦੇ ਉੱਤੇ ਕੋਈ ਪ੍ਰੋਗਰਾਮ ਚੱਲ ਰਿਹਾ, ਜਿਹੜੇ ਵਲੰਟੀਅਰ ਪਹਿਲਾਂ ਬੈਠ ਕੇ ਗਾ ਰਹੇ ਆ, ਉਸ ਤੋਂ ਬਾਅਦ ਜਿਹੜੇ ਹੋਰ ਕਿਸੇ ਨੇ ਗਾਣਾ ਹੈਗਾ ਉਹਨੂੰ ਸਟੇਜ ਛੱਡਣੀ ਪੈਣੀ ਹੈ ਤਾਂ ਕਿ ਅਗਲਾ ਬੰਦਾ ਪਰਫਾਰਮ ਕਰ ਸਕੇ। ਤੇ ਮੈਂ ਕਹਤਾ ਜੀ, ਜਿਹੜਾ ਬੰਦਾ ਸਟੇਜ ਤੇ ਪਰਫਾਰਮ ਕਰੂਗਾ ਉਹੀ ਬੈਠੂਗਾ, ਉਹ ਪੰਡਿਤ ਜੀ ਬੁਲਾਣਗੇ, ਜਿਹਨੂੰ ਬੁਲਾਉਣਾ ਚਾਹਣਗੇ, ਉਹਨਾਂ ਨੇ ਪ੍ਰੋਗਰਾਮ ਸਾਰਾ ਕਰਾਉਣਾ ਹੈ। ਤੇ ਉਹਦੇ 'ਚ ਕਿਹਾ ਗਿਆ ਜੀ ਮੈਂ ਰੋਕਤਾ। ਉਹ ਸਾਰੀਆਂ ਚੀਜ਼ਾਂ ਜੀ ਅੱਜ ਇੱਥੇ ਪ੍ਰਸਤੁਤ ਹੋਈਆਂ, ਜਦੋਂ 4 ਸਾਲ ਬਾਅਦ ਇਲੈਕਸ਼ਨ ਆ ਗਏ। ਜੂਨ ਦੇ ਵਿੱਚ ਹੋ ਗਿਆ ਕਿ ਇਲੈਕਸ਼ਨ ਹੋਣੇ ਆ। ਜਦੋਂ ਜੂਨ ਦੇ ਵਿੱਚ ਇਲੈਕਸ਼ਨ ਹੋਇਆ, ਪ੍ਰਧਾਨ ਜੀ ਕਹਿੰਦੇ ਹੈਗੇ ਕਿ 16 ਬੰਦਿਆਂ ਨੇ ਮੈਨੂੰ ਕਿਹਾ ਕਿ ਟੀਮ ਦੇ ਨਾਲ ਮੈਂ ਤੁਸੀਂ 3 ਬੰਦੇ ਅੱਡ ਹੋ, 16 ਬੰਦੇ ਅਸੀਂ ਇਕੱਠੇ ਹੈਗੇ ਆ। ਜਿਹੜੇ ਜੀ ਇਹ ਪ੍ਰਧਾਨ ਜੀ ਨੇ ਖੁਦ ਆਪ ਸੱਦਿਆ ਸੀਗਾ ਵੀ ਮੀਟਿੰਗ, ਵੀ ਅਗਲੇ ਆਉਣ ਵਾਲੇ ਇਲੈਕਸ਼ਨਾਂ ਦਾ ਕੀ ਪ੍ਰੋਗਰਾਮ ਹੈ, ਕਿਹਨੂੰ ਕਰੀਏ ਆਪਾਂ। ਤੇ ਜ਼ਰੂਰ ਸੁਝਾਅ ਲਿੱਤੇ ਗਏ ਤੇ ਜ਼ਿਆਦਾਤਰ ਬੰਦਿਆਂ ਨੇ, ਮੈਜੋਰਟੀ ਬੰਦਿਆਂ ਨੇ ਜਿੰਦਲ ਸਾਹਿਬ ਦਾ ਨਾਮ ਲਿਆ ਕਿ ਤੁਸੀਂ ਆਓ। ਉਸ ਤੋਂ ਬਾਅਦ ਕੁਝ ਬੰਦਿਆਂ ਨੇ ਪਰਸ਼ੋਤਮ ਜੀ ਦਾ ਨਾਮ ਲਿਆ, ਕੁਝ ਬੰਦਿਆਂ ਨੇ ਮਨੀਸ਼ ਗੋਇਲ ਦਾ ਨਾਮ ਲਿਆ, ਕੁਝ ਬੰਦਿਆਂ ਨੇ ਕਪਲ ਗੋਇਲ ਦਾ ਨਾਮ ਲਿਆ। ਸੋ ਉਸ ਤੋਂ ਬਾਅਦ ਉੱਥੇ ਡਿਸਾਈਡ ਹੋ ਗਿਆ ਕਿ ਸਤੀਸ਼ ਜੀ ਨਹੀਂ ਆ ਰਹੇ, ਇਹਨਾਂ 'ਚੋਂ ਕੋਈ ਆ ਰਿਹਾ। ਫਾਈਨਲ ਇਹ ਹੋਇਆ ਕਿ ਤੁਸੀਂ ਜਿੰਦਲ ਸਾਹਿਬ ਤੇ ਪਰਸ਼ੋਤਮ ਜੀ ਆਪਸ 'ਚ ਡਿਸਾਈਡ ਕਰ ਲੈਣ ਵੀ ਕਿੰਨੇ ਆਉਣਾ ਹੈਗਾ। ਪਰ ਉਸ ਤੋਂ ਬਾਅਦ ਉਹ ਗੱਲ ਚੱਲਦੀ ਹੋਈ, ਜਿੰਦਲ ਸਾਹਿਬ ਨੇ ਸਤੀਸ਼ ਜੀ ਨੂੰ ਪੁੱਛਿਆ ਕਿ ਮੈਂ ਆ ਰਿਹਾ ਹੈਗਾ, ਸਭ ਕੁਝ ਠੀਕ ਹੈ। ਉਹ ਕਹਿੰਦੇ ਠੀਕ ਹੈ, ਮੈਂ ਆਪਸ 'ਚ ਤੁਸੀਂ ਦੇਖ ਲਓ ਜਿੰਨੇ ਆਉਣਾ ਹੈਗਾ। ਪਰ ਬਾਅਦ 'ਚ ਗੱਲ ਇਹ ਹੋਈ ਕਿ ਇਹਨਾਂ ਨੇ ਮੈਂਬਰਸ਼ਿਪ ਬਣਾਉਣੀ ਸ਼ੁਰੂ ਕਰ ਦਿੱਤੀ, ਸਾਰਾ ਕੁਝ ਚੀਜ਼ਾਂ ਚੇਂਜ ਹੋ ਗਈਆਂ। ਇਹਨਾਂ ਨੇ ਕਹਿਤਾ ਕਿ ਇਹ 3 ਬੰਦੇ ਅੱਡ ਹੈ, ਬਾਕੀ ਸਾਰੇ ਇਕੱਠੇ ਆ। ਸੋ ਉਸ ਕਰਕੇ ਇਹ ਜਿਹੜੇ ਇਲੈਕਸ਼ਨਸ ਹੈਗੇ ਆ, ਇਹ ਦੇਖੋ ਜਿਹੜੇ ਇਲੈਕਸ਼ਨ ਹੁੰਦੇ ਆ ਇਹ ਵਿਚਾਰਾਂ ਦੇ ਇਲੈਕਸ਼ਨ ਹੈਗੇ ਆ, ਕੋਈ ਇਹਦੇ 'ਚ ਕੋਈ ਪਰਸਨਲ, ਸਾਰੇ ਸਾਡੇ ਭਰਾ ਹੈਗੇ ਆ ਤੇ ਪਿਆਰ ਦੇ ਨਾਲ ਆਪਾਂ ਇਹ ਜਿਹੜੇ ਇਲੈਕਸ਼ਨ ਹੈਗੇ, ਵਿਚਾਰ ਹੈਗੇ ਆ, ਜਿੰਦੇ ਵਿਚਾਰ ਆਉਣੇ ਚਾਹੁੰਦੇ ਹੈਗੇ ਉਹ ਆ ਸਕਦੇ ਹੈਗੇ। ਉਸ ਤੋਂ ਬਾਅਦ ਜੀ ਇਹਨਾਂ ਨੇ ਐਲੀਗੇਸ਼ਨ ਲਾਇਆ ਕਿ ਮੈਂ ਇੱਥੇ ਮੰਦਿਰ 'ਚ ਆਉਂਦਾ ਨਹੀਂ ਸੀਗਾ। ਦੇਖੋ ਜੀ, ਮੰਦਿਰ ਦਾ ਫੇਸਬੁੱਕ 2019 ਦੇ ਵਿੱਚ 2600 ਵਿਊਅਰ ਸੀਗੇ ਤੇ ਅੱਜ 8600 ਵਿਊਅਰ ਹੈ। ਤੇ ਤੁਸੀਂ ਪਿਛਲੇ 4 ਸਾਲ ਦਾ ਰੈਕੋਰਡ ਕੱਢ ਕੇ ਦੇਖ ਲਓ, ਐਵਰੀ ਸਿੰਗਲ ਡੇ ਮੰਦਿਰ ਦੇ ਵਿੱਚ ਜੋ ਵੀ ਕੁਝ ਪ੍ਰੋਗਰਾਮ ਹੁੰਦਾ ਸੀ ਉਹ ਲਾਈਵ ਹੁੰਦਾ ਸੀ। ਕੋਈ ਵੀ ਪੰਚਾਂਗ, ਜੋ ਵੀ ਜਿਹੜੇ ਮੰਦਿਰ ਦੇ ਤਿਉਹਾਰ ਹੈਗੇ ਆ, ਮੰਦਿਰ ਦਾ ਦਿਨ, ਇਕਾਦਸ਼ੀ, ਪੂਰਨਿਮਾ, ਅਮਾਵਸਿਆ, ਕੁਝ ਵੀ ਹੈ, ਉਹ ਸਾਰਾ ਕੁਝ ਉੱਥੇ ਡੇਲੀ ਐਵਰੀਡੇ ਪੋਸਟ ਹੁੰਦਾ ਸੀਗਾ। ਤੇ ਤੁਸੀਂ ਹੁਣ ਜਦੋਂ ਦਾ ਦਸੰਬਰ ਤੋਂ ਬਾਅਦ ਇਹਨਾਂ ਨੇ ਮੇਰੇ ਤੋਂ ਸੇਵਾ ਲਈ ਹੈਗੀ ਵਾਪਸ, ਤੇ ਉਦੋਂ ਦਾ ਦੇਖ ਲਓ ਵੀ ਕੀ ਆਂਦਾ ਹੈਗਾ, ਕੋਈ ਸੇਵਾ ਆਂਦੀ ਹੈ, ਨਹੀਂ ਆਂਦੀ। ਸੋ ਦਸੰਬਰ 'ਚੋਂ ਲੈਣਾ ਜੀ, ਜਿਹੜਾ ਇਹ ਕਹਿੰਦੇ ਮੈਂ ਆਂਦਾ ਨਹੀਂ ਸੀ, ਜਦੋਂ ਦੇਖੋ ਜੀ 3 ਬੰਦੇ ਇੱਕ ਪਾਸੇ ਤੇ ਬਾਕੀ ਬੰਦੇ ਇੱਕ ਪਾਸੇ, ਮੀਟਿੰਗ ਕਰਕੇ ਤੁਸੀਂ ਦਸੰਬਰ 29 ਨੂੰ ਮੀਟਿੰਗ ਹੋਈ ਕਿ ਕੋਵਿਡ ਕਰਕੇ 1 ਤਰੀਕ ਦਾ ਪ੍ਰੋਗਰਾਮ ਜਿਹੜਾ ਹੈਗਾ ਸਿਰਫ ਦਰਸ਼ਨ ਹੋਣਗੇ, ਪ੍ਰੋਗਰਾਮ ਨਹੀਂ ਹੋਏਗਾ। ਉਸ ਤੋਂ ਬਾਅਦ 1 ਤਰੀਕ ਤੋਂ ਬਾਅਦ 6 ਤਰੀਕ ਨੂੰ ਇਹ ਜੀ ਪੋਸਟ, 4 ਜਨਵਰੀ ਨੂੰ ਇਹ ਪੋਸਟ ਜਾਰੀ ਕਰਦੇ ਵੀ ਲੋਹੜੀ ਦਾ ਫੰਕਸ਼ਨ ਸੈਲੀਬ੍ਰੇਟ ਕਰ ਰਹੇ ਆ ਤੇ ਉਹਨਾਂ ਤੇ ਵਿਨੇ ਸ਼ਰਮੇ ਦਾ ਨਾਮ, ਠੀਕ ਹੈ ਜੀ। ਉਸ ਤੋਂ ਬਾਅਦ ਜਨਵਰੀ 9 ਨੂੰ ਮੀਟਿੰਗ ਹੋਈ। ਇਹਨਾਂ ਨੇ ਮੀਟਿੰਗ ਦੇ ਵਿੱਚ ਕਰਕੇ ਜੀ 7 ਮੈਂਬਰ ਪ੍ਰੈਜ਼ੈਂਟ ਹੋਏ, ਉਹਦੇ 'ਚ ਅਰਜੈਂਟ ਮੀਟਿੰਗ ਕਾਲ ਕਰਕੇ ਉਹਦੇ 'ਚ ਮੇਰਾ ਕਹਤਾ ਜੀ ਇਹਨਾਂ ਤੋਂ ਸਾਰੀਆਂ ਪਾਵਰਾਂ ਲੈ ਲਈਆਂ। ਦੇਖੋ, ਮੈਂ ਤਾਂ ਪਹਿਲੀ ਗੱਲ ਪਾਵਰ ਤੇ ਵਿਸ਼ਵਾਸ ਨਹੀਂ ਕਰਦਾ, ਮੈਂ ਸੇਵਾ 'ਚ ਬਿਲੀਵ ਕਰਦਾ। ਜੇ ਸੇਵਾ ਮਿਲੀ ਸੀ, ਸੇਵਾ ਕਰ ਰਹੇ ਹਾਂ, ਜੋ ਸ਼੍ਰੀ ਭਗਵਾਨ ਹੋਰ ਸੇਵਾ ਦੇਣਗੇ ਤਾਂ ਸੇਵਾ ਕੀਤੀ ਜਾਊਗੀ। ਸੋ ਇਸ ਕਰਕੇ ਮੈਂ ਮੰਦਿਰ 'ਚ ਆਉਂਦਾ, ਫੁਰ ਕਰਕੇ ਚਲਾ ਜਾਂਦਾ। ਦੇਖੋ ਜੀ, ਮੈਂ ਮੰਦਿਰ 'ਚ ਆਉਂਦਾ, ਆਪਦੀ ਸੇਵਾ ਨਿਭਾਉਣਾ। ਮੈਨੂੰ ਕੋਈ ਵੀ ਡਿਵੋਟੀ ਨੂੰ ਤੁਸੀਂ ਪੁੱਛੋਗੇ, ਕਿਚਨ ਦੇ ਵਿੱਚ ਖੜ ਕੇ ਮੈਂ ਆਲਵੇਸ ਸੇਵਾ ਕਰਦਾ ਹੁੰਦਾ, ਪਰ ਮੈਂ ਆਫਿਸ 'ਚ ਬੈਠਦਾ ਨਹੀਂਗਾ ਜ਼ਿਆਦਾਤਰ, ਤਾਂ ਕਿ ਉਹਨਾਂ ਨੂੰ ਇਹ ਲੱਗਦਾ ਕਿ ਮੈਂ ਆਇਆ ਨਹੀਂ ਹੈਗਾ। ਸੋ ਇਹ ਸਾਰੇ ਜਿਹੜੇ ਚੀਜ਼ਾਂ ਹੈਗੀਆਂ, ਉਹ ਇੱਥੇ ਕਿਤੇ ਵੀ ਕੋਈ ਇਹ ਚੀਜ਼ ਨਹੀਂ ਹੈਗੀ ਕਿ ਮੇਰੇ ਦੁਆਰਾ ਸੇਵਾ ਦੇ ਵਿੱਚ ਕਮੀ ਰਹੀ ਹੈਗੀ ਹੈ। ਜੀ 1 ਮਿੰਟ ਸਰ ਜੀ, ਇੱਕ ਨਾ ਜੀ ਇਸ਼ੂ ਚੱਲ ਰਿਹਾ ਵੀ ਅਸੀਂ ਨਾ ਜੀ ਮੰਦਿਰ ਦੀ ਟਾਈਮਿੰਗ ਨੂੰ ਨਾ ਜੀ ਆਪਣੀ ਮਰਜ਼ੀ ਨਾਲ ਚਲਾਇਆ। ਅਸੀਂ ਆਪਣੀ ਮਰਜ਼ੀ ਨਾਲ ਨਹੀਂ ਚਲਾਇਆ। ਕੀ ਹੋ ਰਿਹਾ ਸੀਗਾ ਜੀ, ਪਿਛਲੇ 8-9 ਸਾਲ ਤੋਂ
ਕਦੇ ਮੰਦਿਰ ਜੀ 6 ਵਜੇ ਬੰਦ ਹੋ ਜਾਂਦਾ, ਕਦੇ 7 ਵਜੇ ਬੰਦ ਹੋ ਜਾਂਦਾ, ਕਦੇ 8 ਵਜੇ ਬੰਦ ਹੋ ਜਾਂਦਾ, ਕਦੇ ਸਵੇਰੇ 6 ਵਜੇ ਖੁੱਲ੍ਹ ਜਾਂਦਾ, 7 ਵਜੇ ਖੁੱਲ੍ਹ ਜਾਂਦਾ, 9 ਵਜੇ ਖੁੱਲ੍ਹ ਜਾਂਦਾ। ਲੋਕ ਸਾਨੂੰ ਇਹ ਗੱਲ ਕਹਿੰਦੇ ਵੀ ਅਸੀਂ ਮੰਦਿਰ ਆਉਂਦੇ ਹਾਂ, ਕਦੇ ਮੰਦਿਰ ਬੰਦ ਹੁੰਦਾ, ਕਦੇ ਮੰਦਿਰ ਖੁੱਲ੍ਹਾ ਹੁੰਦਾ। ਔਰ ਉਸੇ ਤਰ੍ਹਾਂ ਆਰਤੀ ਦੀ ਪੋਜੀਸ਼ਨ ਸੀ, ਕਦੇ ਆਰਤੀ ਪਹਿਲਾਂ ਹੋ ਗਈ, ਕਦੇ ਬਾਅਦ 'ਚ ਹੋ ਗਈ। ਅਸੀਂ ਸਾਰਿਆਂ ਨੇ ਬੈਠ ਕੇ ਫੈਸਲਾ ਕੀਤਾ ਵੀ ਮੰਦਿਰ ਦੀ ਇੱਕ ਟਾਈਮਿੰਗ ਕੀਤੀ ਜਾਵੇ, ਵੀ ਮੰਦਿਰ ਕਿੰਨੇ ਵਜੇ ਖੁੱਲੂਗਾ, ਕਿੰਨੇ ਵਜੇ ਬੰਦ ਹੋਊਗਾ। ਉਹ ਸਰਬਸੰਮਤੀ ਨਾਲ, ਸਾਰਿਆਂ ਦੀ ਸਹਿਮਤੀ ਨਾਲ ਹੋਇਆ। ਮੈਨੂੰ ਅੱਜ ਇਹ ਗੱਲ ਕਹਿੰਦੇ ਹੋਏ ਬੜਾ ਅਫਸੋਸ ਹੋ ਰਿਹਾ, ਜਿਹੜੇ ਕੰਮ ਸਿਸਟਮ ਨਾਲ ਹੋ ਰਿਹਾ, ਸਿਸਟਮ ਨਾਲ ਚੱਲ ਰਿਹਾ, ਉਹਨਾਂ ਕੰਮਾਂ 'ਤੇ ਵੀ ਇਤਰਾਜ਼ਗੀ ਕੀਤੀ ਜਾ ਰਹੀ ਆ। ਮੈਂ ਜਿਹੜੀ ਸਾਡੀ ਪਿਛਲੀ ਟੀਮ ਹੈ, ਮੈਂ ਉਹਨਾਂ ਨੂੰ ਇਹ ਗੱਲ ਜ਼ਰੂਰ ਕਹਿਣੀ ਚਾਹੂੰਗਾ ਇਸ ਮੈਸੇਜ ਤੋਂ, ਘੱਟੋ ਘੱਟ ਤੁਸੀਂ ਜੋ ਮਰਜ਼ੀ ਕਹੋ, ਜੋ ਸਿਸਟਮ ਹੋਇਆ, ਜਿਹੜਾ ਚੰਗਾ ਹੋਇਆ ਮੰਦਿਰ ਦੇ ਵਿੱਚ, ਪਲੀਜ਼ ਉਹਦੀ ਨਿਖੇਧੀ ਨਾ ਕਰੋ ਜੀ। ਥੈਂਕ ਯੂ ਜੀ। ਮਹੇਸ਼ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਜੀ? ਹਾਂਜੀ, ਮੈਂ ਪਹਿਲਾਂ ਤਾਂ ਇਸ ਤੇ ਕਲੈਰੀਫਿਕੇਸ਼ਨ ਦੇਣਾ ਚਾਹੁੰਦਾ ਵੀ ਜਿਹੜਾ ਆਪਣੇ ਕਰਨ ਜੀ ਨੂੰ ਇਹਨਾਂ ਨੇ ਦਸੰਬਰ ਦੇ ਵਿੱਚ ਹਟਾਇਆ, ਉਹ ਇਲੀਗਲ ਹੈ। ਉਹਦਾ ਰੀਜ਼ਨ ਇਹ ਹੈ ਵੀ ਇਲੈਕਸ਼ਨ ਡਿਕਲੇਅਰ ਹੋਣ ਤੋਂ ਬਾਅਦ ਹਟਾਇਆ, ਕਿਉਂਕਿ ਇਹਨਾਂ ਨੂੰ ਮਾਈਕ ਚਾਹੀਦਾ ਸੀਗਾ। ਕਿਉਂਕਿ ਜੇ ਕਰਨ ਜੀ ਸੈਕਟਰੀ ਰਹਿੰਦੇ ਤਾਂ ਮਾਈਕ ਜਿਹੜਾ ਹੈਗਾ ਇਹਨਾਂ ਕੋਲ ਨਹੀਂ ਆਉਂਦਾ ਸੀ। ਇਹ ਲੋਕਾਂ ਨੂੰ ਜਿਹੜਾ ਵੀ ਭਰਮਾ ਨਹੀਂ ਸੀ ਸਕਦੇ ਤੇ ਰੋਂਗ ਇਨਫੋਰਮੇਸ਼ਨ ਨਹੀਂ ਸੀ ਦੇ ਸਕਦੇ। ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿ ਮੰਦਿਰ ਦੇ ਵਿੱਚ ਹਰ ਰੋਜ਼ ਹਾਲ ਦੇ ਵਿੱਚ ਇਹ ਲੋਕਾਂ ਨੂੰ ਰੋਂਗ ਇਨਫੋਰਮੇਸ਼ਨ ਦਿੰਦੇ ਰਹਿੰਦੇ ਨੇ ਅਕਸਰ। ਦੂਸਰੀ ਗੱਲ ਜਿਹੜਾ ਕਿ ਰਜੇਸ਼ ਜੀ ਨੇ ਕਿਹਾ ਵੀ ਜਿਹੜੇ ਵੀ ਪ੍ਰਸਤਾਵ ਹੋਏ ਉਹ ਕਰਨ ਜਿਹੜਾ ਹੈਗਾ ਗੋਇਲ, ਇਹਨਾਂ ਦੇ ਕੱਲਿਆਂ ਦੇ ਨਾਲ ਨਹੀਂ ਹੋਏ। ਇਹ ਕਿਸੇ ਦੀ ਇਹਨਾਂ ਦੀ ਕੱਲਿਆਂ ਦੀ ਜ਼ਰੂਰਤ ਨਹੀਂ ਹੈਗੀ ਵੀ ਇਹ ਇਕੱਲੇ ਜਾ ਕੇ ਜੀ ਪੰਡਤਾਂ ਨੂੰ ਕਹਿ ਦੇਣ ਕੁਛ ਤੇ ਇਕੱਲੇ ਜਾ ਕੇ ਜੀ ਟਾਈਮਿੰਗ ਚੇਂਜ ਕਰ ਦੇਣ। ਇਹ ਕਦੇ ਵੀ ਨਹੀਂ ਹੋ ਸਕਦਾ, ਖਾਸ ਕਰ ਇਸ ਮੈਨੇਜਮੈਂਟ 'ਚ ਜਿੱਥੇ ਸਤੀਸ਼ ਜੀ ਦੀ ਮਰਜ਼ੀ ਦੇ ਬਗੈਰ ਕਹਿੰਦੇ ਪਰਿੰਦਾ ਵੀ ਨਹੀਂ ਪਰ ਮਾਰ ਸਕਦਾ। ਉੱਥੇ ਕਰਨ ਗੋਇਲ ਦੀ ਕੀ ਇਕੱਲੇ ਦੀ ਸੀਗੀ ਵੀ ਉਹ ਇਕੱਲੇ ਨੂੰ ਕੱਢ ਦੇਵੇ। ਜੋ ਵੀ ਹੋਇਆ ਉਹ ਸਾਰਿਆਂ ਦੀ ਸਹਿਮਤੀ ਨਾਲ ਬੋਰਡ ਦੇ ਵਿੱਚ ਪਾਸ ਹੋ ਕੇ ਮੋਸਟਲੀ ਹੋਇਆ, ਜੋ ਮੇਰੀ ਨੌਲੇਜ ਹੈ। ਸੋ ਇਹ ਕਹਿਣਾ ਵੀ ਜੀ ਕਰਨ ਜੀ ਨੇ ਐਂ ਕਰਤਾ, ਫਲਾਣੇ ਨੇ ਐਂ ਕਰਤਾ, ਮੈਂ ਕਹਿੰਦਾ ਵੀ ਆਪਾਂ ਫਿਰ ਵੀ ਇਸ ਗੱਲ ਨੂੰ ਅਵੋਇਡ ਕਰੀਏ, ਪਰਸਨਲ ਐਲੀਗੇਸ਼ਨਾਂ ਤੋਂ ਅਵੋਇਡ ਕਰੀਏ। ਆਪਾਂ ਜੋ ਵੀ ਪ੍ਰੋਗਰੈਸਿਵ ਕੰਮ ਮੰਦਿਰ ਲਈ ਕਰਨੇ ਨੇ, ਕਮਿਊਨਿਟੀ ਨੂੰ ਜੋੜਨ ਦੇ ਕੰਮ ਕਰਨੇ ਨੇ, ਉਹ ਰਲ ਮਿਲ ਕੇ ਕਰੀਏ। ਚਾਹੇ ਆਪਾਂ ਵਿਚਾਰ ਅਲੱਗ ਹੋਣ ਆਪਣੇ, ਆਪਾਂ ਇਲੈਕਸ਼ਨ ਲੜੀਏ, ਕੋਈ ਵੀ ਜਿੱਤੇ ਕੋਈ ਵੀ ਹਾਰੇ, ਲੇਕਿਨ ਆਪਾਂ ਰਲ ਮਿਲ ਕੇ ਕਮਿਊਨਿਟੀ ਲਈ, ਮੰਦਿਰ ਲਈ, ਭਗਵਾਨ ਜੀ ਲਈ ਕੰਮ ਕਰੀਏ। ਜਿੰਦਲ ਸਾਹਿਬ ਆਖਰ ਦੇ ਵਿੱਚ ਕੋਈ ਸੁਨੇਹਾ ਤੁਹਾਡਾ ਜੀ? ਨਹੀਂ, ਮਹੇਸ਼ ਜੀ ਨੇ ਥੋੜ੍ਹਾ ਜਿਹਾ ਕੰਪਲੀਟ ਕਰਨਾ ਜੀ। ਡੋਮ ਬਾਰੇ ਗੱਲ ਚੱਲ ਰਹੀ ਹੈ ਜੀ ਬਹੁਤ ਜ਼ਿਆਦਾ ਜੀ। ਮਹੇਸ਼ ਜੀ ਤੁਸੀਂ ਜਰਾ ਉਹਨੂੰ ਕੰਪਲੀਟ ਕਰੋ ਜੀ। ਜੀ ਡੋਮ ਬਾਰੇ ਮੈਂ ਸਭ ਤੋਂ ਪਹਿਲਾਂ ਦੱਸ ਦਿੰਦਾ ਵੀ ਇਹ ਵੀ ਇਨਫੋਰਮੇਸ਼ਨ ਮੈਂ ਤੁਹਾਡੀ ਪਿਛਲੀ ਜਿਹੜੀ ਇੰਟਰਵਿਊ 'ਚ ਦੇਖੀ ਵੀ ਜੀ ਸਤੀਸ਼ ਜੀ ਕਹਿੰਦੇ ਜੀ ਡੋਮ ਜਿਹੜਾ ਹੈਗਾ ਉਹ ਮੈਂ ਲਵਾਇਆ। ਮੈਂ ਤੁਹਾਨੂੰ ਅੱਜ ਮੈਂ ਵੈਸੇ ਕਹਿਣਾ ਨਹੀਂ ਸੀ ਚਾਹੁੰਦਾ, ਕਿਉਂਕਿ ਜੋ ਕਹਿੰਦੇ ਨੇ ਸੇਵਾ ਕਰੋ ਤੇ ਉਹ ਬਾਰ-ਬਾਰ ਸੁਣਾਈ ਦੀ ਨਹੀਂ ਹੁੰਦੀ, ਭਗਵਾਨ ਦੇ ਅਰਪਿਤ ਕਰੀ ਦੀ ਹੁੰਦੀ ਹੈ। ਉਹ ਡੋਮ ਦਾ ਜਿਹੜਾ ਕੋਆਰਡੀਨੇਟਰ ਸੀਗਾ, ਅੱਜ ਮੈਂ ਸਭ ਨੂੰ ਦੱਸ ਦੇਣਾ ਚਾਹੁੰਦਾ ਵੀ ਡੋਮ ਦੇ ਜਿਹੜਾ ਮੇਨ ਕੋਆਰਡੀਨੇਸ਼ਨ ਦਾ ਕੰਮ ਸੀ ਉਹ ਮਹੇਸ਼ ਗੁਪਤਾ ਨੇ ਕੀਤਾ ਸੀਗਾ। ਉਸ ਤੋਂ ਬਾਅਦ ਜੇ ਕਿਸੇ ਆਪਾਂ ਜੇ ਪ੍ਰੈਜ਼ੀਡੈਂਟ ਨੂੰ ਹੀ ਸ਼੍ਰੇ ਦੇਣਾ, ਸਤੀਸ਼ ਜੀ ਪ੍ਰਧਾਨ ਨਹੀਂ ਸੀ, ਫਿਰ ਪੁਰਸ਼ੋਤਮ ਗੋਇਲ ਸੀ ਪ੍ਰਧਾਨ। ਜੇ ਪ੍ਰੈਜ਼ੀਡੈਂਟ ਨੂੰ ਕ੍ਰੈਡਿਟ ਦੇਣਾ ਓਬਵੀਅਸਲੀ ਦੇਣਾ ਵੀ ਚਾਹੀਦਾ, ਤੇ ਫਿਰ ਪੁਰਸ਼ੋਤਮ ਗੋਇਲ ਨੂੰ ਕ੍ਰੈਡਿਟ ਮਿਲਣਾ ਚਾਹੀਦਾ। ਸਤੀਸ਼ ਜੀ ਤਾਂ ਸਿਰਫ ਇੰਨਾ ਕੁ ਉਹਨਾਂ ਦਾ ਸੀਗਾ ਵੀ ਉਹਨਾਂ ਨੂੰ ਕੰਸਟਰਕਸ਼ਨ ਦਾ ਐਕਸਪੀਰੀਅੰਸ ਹੋਣ ਕਰਕੇ ਮੈਂ ਉਹਨਾਂ ਨੂੰ ਆਪਣੇ ਨਾਲ, ਸਤੀਸ਼ ਜੀ ਨੂੰ, ਨਿੱਕ ਸਿੰਗਲਾ ਜੀ ਨੂੰ, ਰਾਜ ਸਿੱਕਾ ਜੀ ਤੇ ਮੈਂ, ਅਸੀਂ ਚਾਰੋਂ ਜਾਣੇ, ਕਿਉਂਕਿ ਇੰਜੀਨੀਅਰ, ਆਰਕੀਟੈਕਟ ਤੇ ਆਪਣਾ ਫੈਬਰੀਕੇਟਰ ਤਿੰਨੋਂ ਮੈਂ ਅਰੇਂਜ ਕੀਤੇ, ਅਸੀਂ ਅਰੇਂਜ ਕੀਤੇ ਉੱਥੇ ਆਪਣਾ ਵਿਕਟੋਰੀਆ ਦੇ ਵਿੱਚ। ਕਿਸੇ ਨੂੰ ਕੁਝ ਨਹੀਂ ਪਤਾ, ਸਾਰੀ ਕੋਰਸਪੋਂਡੈਂਸ ਮੇਰੇ ਕੋਲੇ ਅੱਜ ਤੱਕ ਵੀ ਹੈਗੀ ਹੈ। ਜੇ ਕਹੋ ਤਾਂ ਮੈਂ ਕਹਿ ਸਕਦਾ ਸਤੀਸ਼ ਜੀ ਦਿਖਾ ਦੇਣ ਕੋਈ ਕੋਰਸਪੋਂਡੈਂਸ। ਅਸੀਂ ਅਰੇਂਜ ਕਰਕੇ ਇਹਨਾਂ ਨੂੰ ਅਰੇਂਜ ਕਰਕੇ ਉੱਥੇ ਲੈ ਕੇ ਗਏ ਤਾਂ ਕਿ ਇਹ ਗੱਲ ਕਰ ਸਕਣ। ਮੈਨੂੰ ਕੰਸਟਰਕਸ਼ਨ ਦਾ ਐਕਸਪੀਰੀਅੰਸ ਨਹੀਂ ਹੈਗਾ, ਇੰਜੀਨੀਅਰ ਨਾਲ ਗੱਲ ਕਰਕੇ ਅਸੀਂ ਉਹਨੂੰ ਹਾਇਰ ਕਰ ਸਕੀਏ। ਸੈਕਿੰਡ ਸਿਰਫ ਇੰਨੀ ਕੁ ਸੀਗੀ ਵੀ ਮੇਰੇ ਆਫਿਸ ਦੇ ਵਿੱਚ ਜਦ ਫੈਬਰੀਕੇਟਰ ਨਾਲ ਕੰਟੈਕਟ ਸਾਈਨ ਹੋਇਆ ਤਾਂ ਕਿ ਫੈਬਰੀਕੇਟਰ ਨੇ ਜੋ ਵੀ ਕੰਮ ਕਰਨਾ ਹੈ ਉਹ ਸਹੀ ਕਹਿ ਰਿਹਾ ਹੈ ਜਾਂ ਨਹੀਂ ਕਹਿ ਰਿਹਾ, ਉਹਦੀ ਅੰਡਰਸਟੈਂਡਿੰਗ ਕਰਕੇ ਅਸੀਂ ਨਿੱਕ ਸਿੰਗਲਾ ਜੀ ਨੂੰ, ਸਤੀਸ਼ ਜੀ ਨੂੰ ਤੇ ਪੁਰਸ਼ੋਤਮ ਗੋਇਲ ਤੇ ਮੈਂ, ਚਾਰੋਂ ਜਾਣੇ ਅਸੀਂ ਉੱਥੇ ਬੈਠ ਕੇ ਕੰਟੈਕਟ ਸਾਈਨ ਕੀਤਾ। ਜੇ ਇਹ ਸਤੀਸ਼ ਜੀ ਕਹਿੰਦੇ ਨੇ ਜੀ ਕ੍ਰੈਡਿਟ ਮੈਨੂੰ ਮਿਲਣਾ ਚਾਹੀਦਾ ਡੋਮ ਬਣਾਉਣ ਦਾ, ਤੇ ਉਹ ਕ੍ਰੈਡਿਟ ਉਹਨਾਂ ਨੂੰ ਨਹੀਂ ਜਾਂਦਾ, ਸਾਰੀ ਟੀਮ ਨੂੰ ਵੈਸੇ ਤਾਂ ਕ੍ਰੈਡਿਟ ਸਾਰਿਆਂ ਨੂੰ ਜਾਣਾ ਚਾਹੀਦਾ। ਮੈਂ ਵੀ ਇਕੱਲਾ ਕ੍ਰੈਡਿਟ ਨਹੀਂ ਲੈਣਾ ਚਾਹੀਦਾ। ਜੇ ਪ੍ਰਧਾਨ ਨੂੰ ਹੀ ਕ੍ਰੈਡਿਟ ਜਾਣਾ ਤਾਂ ਫਿਰ ਪੁਰਸ਼ੋਤਮ ਗੋਇਲ ਨੂੰ ਕ੍ਰੈਡਿਟ ਜਾਣਾ ਚਾਹੀਦਾ। ਦੂਸਰੀ ਗੱਲ ਉਹ ਕਹਿ ਰਹੇ ਸੀਗੇ ਜੀ ਉਸ ਇੰਟਰਵਿਊ ਦੇ ਵਿੱਚ ਵੀ ਜੀ ਡੈਪਟ ਫਰੀ ਮੰਦਿਰ ਕਰਤਾ, ਡੈਪਟ ਫਰੀ ਮੰਦਿਰ ਕਰਤਾ। ਉਸ ਵੇਲੇ ਸਤੀਸ਼ ਜੀ ਕਿੱਥੇ ਸੀ ਜਿੱਥੇ ਫੋਰਕਲੋਜ਼ਰ ਤੇ ਮੰਦਿਰ ਸੀ? ਉਸ ਵੇਲੇ ਸਤੀਸ਼ ਜੀ ਕਿੱਥੇ ਸੀ ਜਿਸ ਵੇਲੇ ਮੰਦਿਰ ਨੂੰ ਕੋਈ ਕ੍ਰੈਡਿਟ ਨਹੀਂ ਸੀ ਦੇ ਰਿਹਾ? ਉਸ ਵੇਲੇ ਵੀ ਮਹੇਸ਼ ਗੁਪਤਾ ਨੇ ਸਾਰੀ ਨੈਗੋਸ਼ੀਏਸ਼ਨ ਵੈਨ ਸਿਟੀ ਨਾਲ ਕੀਤੀ। ਰਿਕਾਰਡੋ ਆਫਿਸਰ ਦਾ ਨਾਮ ਮੈਨੂੰ ਹਾਲ ਤੱਕ ਯਾਦ ਆ, 1 ਮਹੀਨਾ ਤਕਰੀਬਨ ਕੀਤੀ। ਤੇ ਉਸ ਵੇਲੇ ਮਹਿੰਗੇ ਰੇਟ ਤੇ ਸਾਨੂੰ ਬੇਸ਼ੱਕ ਮਿਲੀ ਮੌਰਗੇਜ, ਲੇਕਿਨ ਮੌਰਗੇਜ ਮਿਲੀ। ਸੈਕਿੰਡ, ਉਹੀ 4 ਸਾਲ ਬਾਅਦ 4 ਬੈਂਕ ਮੇਰੇ ਆਫਿਸ ਦੇ ਵਿੱਚ ਮਿੰਤਾਂ ਕੱਢ ਕੇ ਮੌਰਗੇਜ ਕੰਪੀਟੀਟਿਵ ਰੇਟ ਤੇ ਲੈ ਕੇ ਗਏ। ਫਿਰ ਜਿਹੜਾ ਡੈਪਟ ਫਰੀ ਮੰਦਿਰ ਹੋਇਆ ਜਿਸ ਵੇਲੇ ਮੈਂ ਇੱਥੋਂ ਛੱਡਿਆ, ਉਹ ਵੀ ਦੱਸ ਦਿਆਂ ਤੁਹਾਨੂੰ, ਮੈਂ ਜਿਸ ਵੇਲੇ ਮੈਂ ਇੱਥੋਂ ਛੱਡਿਆ ਤਾਂ ਡੈਪਟ ਸਿਰਫ 6-7 ਲੱਖ ਡਾਲਰ ਸੀਗਾ, ਲੈਸ ਦੈਨ $1 ਮਿਲੀਅਨ ਸੀਗਾ, ਜਿਸ ਚੋਂ 3 ਲੱਖ $3.5 ਲੱਖ ਸਹਿਯੋਗ ਚੋਂ ਕਮਾਇਆ।
ਉਹ ਇਕੱਠਾ ਕੀਤਾ ਤੇ 3.5 ਲੱਖ ਡਾਲਰ ਹੁਣ ਜਿਹੜਾ ਆਪਣਾ ਵੋਟਿੰਗ ਹੋਈ ਹੈ, ਮੈਂਬਰਸ਼ਿਪ ਰਾਈਡ ਹੋਈ ਹੈ, ਇਹਦੇ ਚੋਂ ਇਕੱਠਾ ਹੋਇਆ। ਤੋ ਇੱਥੇ ਇਹ ਇਸ ਤਰ੍ਹਾਂ ਕਰਕੇ ਮੰਦਿਰ ਡੈਬਟ ਫ੍ਰੀ ਸਭ ਦੇ ਸਹਿਯੋਗ ਨਾਲ ਹੋਇਆ, ਇਕੱਲੇ ਸਤੀਸ਼ ਜੀ ਦੇ ਕਾਰਨ ਕਰਕੇ ਨਹੀਂ ਹੋਇਆ। ਤੇ ਹੋਰ ਇੱਕ ਗੱਲ ਮੈਂ ਲਾਸਟ ਦੇ ਵਿੱਚ ਐਡ ਕਰਨਾ ਚਾਹੁੰਦਾ ਵੀ ਡੋਮ ਜਿਹੜੀ ਸੀਗੀ ਇਹ ਜਿੱਥੇ ਆਪਾਂ ਛੱਡ ਗਏ ਸੀ, ਮਹੇਸ਼ ਗੁਪਤਾ ਜਦ ਤੋਂ ਗਿਆ ਇੱਥੇ ਤੋਂ, ਇਹ ਡੋਮ ਮੈਂ ਲੋਕਾਂ ਨੂੰ ਦੱਸ ਦਿਆਂ ਵੀ ਅੱਜ ਵੀ ਇਨਕੰਪਲੀਟ ਹੈ। ਜਿੱਥੇ ਆਪਾਂ ਛੱਡ ਗਏ ਸੀ ਡੋਮ ਅੱਜ ਵੀ ਉੱਥੇ ਹੀ ਪਈ ਹੈ। ਤੁਸੀਂ ਹੁਣ ਕਹੋਗੇ ਵੀ ਕੀ ਇਨਕੰਪਲੀਟ ਹੈ? ਇਸ ਡੋਮ ਦੇ ਉੱਤੇ ਹੁਣ ਤੁਸੀਂ ਦੇਖ ਰਹੇ ਹੋ ਮਿੱਟੀ ਜੰਮੀ ਹੋਈ ਹੈ। ਸਪੈਸ਼ਲ ਕੋਟਿੰਗ ਹੋਣੀ ਸੀ, 3 ਡਰਮ ਕੋਟਿੰਗ ਦੇ ਆਣੇ ਸੀ, ਉਹ ਕੋਟਿੰਗ ਹੋ ਕੇ ਫਿਰ ਇਹ ਮਿੱਟੀ ਦੇ ਜੰਮਣ ਦੇ ਚਾਂਸ ਘਟ ਜਾਣੇ ਸੀ। ਦੂਸਰੀ ਗੱਲ, ਡੈਮ ਦੀ ਫਰਿੱਲ ਜਿਹੜੀ ਹੈਗੀ ਹੈ, ਤੁਸੀਂ ਦੇਖੋ ਨੀਚੇ ਤੋਂ ਡੋਮ ਕੰਪਲੀਟ ਨਹੀਂ ਹੈਗੇ, ਹਲੇ ਵੀ ਲੋਹੇ ਦੇ ਗਾਰਡਰ ਝਾਕਦੇ ਨੇ, ਉਹ ਫਰਿੱਲਾਂ ਬਣਨੀਆਂ ਸੀ, ਕੰਪਲੀਟ ਹੋਣਾ ਸੀ। ਤੇ ਤੀਸਰੀ ਤਾਂ ਲਾਈਟਿੰਗ ਜਿਹੜੀ ਇਹਦੀ ਹੈ ਪ੍ਰੋਪਰ ਹੋਣੀ ਸੀਗੀ। ਇਹਨਾਂ ਨੇ ਉਹ ਫੈਬਰੀਕੇਟਰ ਨੂੰ ਪੈਸੇ ਦੇਤੇ, ਮੇਰੇ ਜਾਣ ਤੋਂ ਬਾਅਦ ਪੂਰੇ ਪੈਸੇ ਦੇਤੇ ਤੇ ਉਹ ਬੰਦਾ ਮੁੜ ਕੇ ਆਇਆ ਹੀ ਨਹੀਂ। ਇਸ ਕਰਕੇ ਡੋਮ ਅੱਜ ਵੀ ਇਨਕੰਪਲੀਟ ਹੈ। ਇਹ ਮੈਂ ਸਾਰਿਆਂ ਨੂੰ ਅੱਜ ਜਾਣਕਾਰੀ ਦੇਣਾ ਚਾਹੁੰਦਾ ਜੀ। ਦੇਖੋ, ਮੈਂ ਐਜ਼ ਅ ਛੋਟਾ ਸਭ ਤੋਂ, ਜਦੋਂ ਮੈਂ ਆਇਆ ਸੀ ਬੋਰਡ ਸਭ ਤੋਂ ਯੰਗ ਐਜ਼ ਅ ਵਲੰਟੀਅਰ ਆਇਆ ਸੀ, ਸੇਵਾਦਾਰ। ਮੇਰਾ ਤਾਂ ਸਿਰਫ ਇੱਕੋ ਹੀ ਸੋਚ ਹੈਗੀ ਹੈ ਕਿ ਮੰਦਿਰ ਦੇ ਅੰਦਰ, ਇਹ ਮੰਦਿਰ ਦੇ ਅੰਦਰ ਮਰਿਆਦਾ ਪੂਰਨ ਹੋਣੀ ਚਾਹੀਦੀ ਹੈ, ਪੂਰੀ ਰੱਖਣੀ ਚਾਹੀਦੀ ਹੈ। ਆਪਣਾ ਗੁਰਦੁਆਰਾ ਸਾਹਿਬ ਦੇਖ ਲਓ, ਕੋਈ ਵੀ ਧਾਰਮਿਕ ਸਥਾਨ ਦੇਖ ਲਓ, ਉੱਥੇ ਮਰਿਆਦਾ ਦਾ ਪੂਰਾ ਪਾਲਣ ਕੀਤਾ ਜਾਂਦਾ ਹੈ। ਮਰਿਆਦਾ ਦੇ ਨਾਲ ਹੀ, ਭਗਤੀ ਦੇ ਨਾਲ ਹੀ ਆਪਾਂ ਲੋਕਾਂ ਨੂੰ ਜੋੜਦੇ ਨੇ। ਆਪਾਂ ਅਧਿਆਤਮ ਦੇ ਨਾਲ ਜੋੜਨ ਵਾਸਤੇ ਹੀ ਇਹ ਇੰਸਟੀਟਿਊਸ਼ਨ ਮੰਦਿਰ ਜਿਹੜੇ ਹੈਗੇ ਆਪਣੇ ਬਣੇ ਹੋਏ ਆ। ਇਹਦੇ ਨਾਲ ਹੀ ਦੇਖੋ, ਇੱਕ ਬੀਜ ਹੁੰਦਾ, ਜਦੋਂ ਬੀਜ ਆਪਾਂ ਪਾਉਂਦੇ ਆ ਉਸ ਤੋਂ ਬਾਅਦ ਉਹ ਹੌਲੀ ਹੌਲੀ ਵੱਡਾ ਹੁੰਦਾ, ਉਸ ਤੋਂ ਬਾਅਦ ਉਹਦੇ ਫਲ ਆਉਂਦਾ। ਇਹ ਜਿਹੜਾ ਮੰਦਿਰ ਹੈ ਇਹ ਇੱਕ ਬੰਦੇ ਦੀ ਦੇਣ ਨਹੀਂ ਹੈਗੀ। ਇਹ ਜਦੋਂ ਤਾਂ ਬੀਜ ਜਿਹਨੇ ਪਾਇਆ ਸੀਗਾ ਉਹਨੇ ਮਿਹਨਤ ਕੀਤੀ ਸੀ। ਜਦੋਂ ਪੌਦਾ ਬਣਦਾ ਨਾ ਜੀ, ਉਦੋਂ ਸਭ ਤੋਂ ਜ਼ਿਆਦਾ ਹਾਰਡ ਵਰਕ ਹੁੰਦਾ। ਜਦੋਂ ਫਲ ਲੱਗ ਜਾਂਦਾ ਉਹ ਤਾਂ ਸਾਰੇ ਕਹਿੰਦੇ ਜੀ ਫਲ ਲੱਗ ਗਿਆ, ਫਲ ਲੱਗ ਗਿਆ। ਇਹਦੇ ਵਿੱਚ ਮੇਰੇ ਜਿਹੜੇ ਨਾਮ ਸੁਣਦਾ ਮੈਂ, ਜਿਹੜੇ ਕਿ ਪੁਰਾਣੇ ਸਾਰੇ ਹੈਗੇ ਆ, ਅੰਮ੍ਰਿਤਲਾਲ ਅਰੋੜਾ ਜੀ ਹੈਗੇ, ਕਰੁਣਾ ਜੋਸ਼ੀ ਜੀ ਹੈਗੇ ਆ, ਪੁਰਸ਼ੋਤਮ ਜੀ ਹੈਗੇ ਆ, ਮਹੇਸ਼ ਜੀ ਹੈਗੇ ਆ, ਜਿੰਨੇ ਵੀ ਪੁਰਾਣੇ ਹੈਗੇ, ਹਰਮੇਸ਼ ਸਿੱਧਰ ਜੀ ਹੈਗੇ ਆ, ਸਿੱਕਾ ਜੀ ਹੈਗੇ, ਜਿੰਨੇ ਵੀ ਪੁਰਾਣੇ ਹੈਗੇ, ਇਹ ਸਾਰਿਆਂ ਦਾ ਸ਼੍ਰੇਅ ਹੈ ਜੀ। ਇਹ ਮੰਦਿਰ ਅੱਜ ਤੱਕ ਜਦ ਤੱਕ ਪਹੁੰਚਿਆ, ਇਹ ਨੋਟ ਡਿਵੈਲਪਡ ਬਾਈ ਵਨ ਪਰਸਨ, ਇਜ਼ ਡਿਵੈਲਪਡ ਬਾਈ ਹੋਲ ਕਮਿਊਨਿਟੀ। ਸੋ ਇਸ ਕਰਕੇ ਮੈਂ ਸਾਰਿਆਂ ਦਾ ਧੰਨਵਾਦ ਕਰੂੰਗਾ ਤੇ ਮਰਿਆਦਾ ਕਾਇਮ ਰੱਖੀ ਜਾਵੇ। ਬਸ ਧੰਨਵਾਦ ਜੀ, ਬਹੁਤ ਬਹੁਤ ਮਿਹਰਬਾਨੀ ਜੀ। ਦੋਸਤੋ, ਅਸੀਂ ਗੱਲਬਾਤ ਕੀਤੀ ਰਜੇਸ਼ ਜਿੰਦਲ ਟੀਮ ਦੇ ਨਾਲ, ਉਹਨਾਂ ਨੇ ਆਪਣਾ ਪੱਖ ਦੱਸਿਆ। ਮੰਦਿਰ ਦੇ ਵਿੱਚ ਇਲੈਕਸ਼ਨ ਹੋ ਰਹੀ ਹੈ, ਆਉਣ ਵਾਲੇ ਸਮੇਂ ਵਿੱਚ ਵੀ ਜੇਕਰ ਕੋਈ ਵੀ ਧਿਰ ਇਹਨਾਂ ਦੇ ਵਿੱਚੋਂ ਆਪਣੀ ਗੱਲ ਤੁਹਾਡੇ ਤੱਕ ਪਹੁੰਚਾਉਣਾ ਚਾਹੁੰਦੀ ਆ, ਅਸੀਂ ਕੋਸ਼ਿਸ਼ ਕਰਾਂਗੇ ਉਹ ਗੱਲ ਤੁਹਾਡੇ ਤੱਕ ਪਹੁੰਚਾਈ ਜਾਵੇ। ਕੈਮਰਾਮੈਨ ਅਮਿਤ ਪਨੇਸਰ ਨਾਲ ਜਸਕਰਨ, ਚੈਨਲ ਪੰਜਾਬੀ, ਸਰੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।